ਸੋ ਸੋ ਕਰਮ ਕਰਤ ਹੈ ਪ੍ਰਾਣੀ, ਜੈਸੀ ਤੁਮ ਲਿਖ ਪਾਈ। ਗੁਰੂ ਪਾਤਸ਼ਾਹ ਦੇ ਇਹਨਾਂ ਬਚਨਾਂ ਤੋਂ ਇਹ ਸਿੱਧ ਹੈ, ਸਾਡੇ ਕੋਲ ਜਿਹੜੀ ਬੋਲਣ ਦੀ ਸ਼ਕਤੀ ਹੈ, ਜਿਹੜੀ ਸੋਚਣ ਦੀ ਸ਼ਕਤੀ ਹੈ, ਬੋਲਣ ਦੀ, ਸੋਚਣ ਦੀ, ਵੇਖਣ ਦੀ, ਇਹ ਉਸ ਅਕਾਲ ਪੁਰਖ ਦੀ ਹੀ ਆਪਣੀ ਸ਼ਕਤੀ ਹੈ। ਉਹਦੇ ਕਰਕੇ ਆਪਾਂ ਬੋਲਦੇ ਹਾਂ, ਸੋਚਦੇ ਹਾਂ। ਵਾਹਿਗੁਰੂ ਜੀ ਨੇ ਸਾਨੂੰ ਇਹ ਬੁੱਧੀ ਦਿੱਤੀ ਹੈ ਸੋਚਣ ਵਾਸਤੇ। ਵਾਹਿਗੁਰੂ ਜੀ ਹੀ ਸਾਡੇ ਤੇ ਕਿਰਪਾ ਕਰਦੇ ਹਨ। ਇਹ ਬੁੱਧੀ ਸੰਕਲਪਾਂ ਨੂੰ ਤੇ ਵਿਕਲਪਾਂ ਨੂੰ ਜਨਮ ਦਿੰਦੀ ਹੈ। ਸੰਕਲਪ ਅਤੇ ਵਿਕਲਪ ਅਰਥਾਤ ਖਿਆਲ, ਵਿਚਾਰ, ਜਿੰਨੀ ਵੀ ਤਾਕਤ ਸਾਨੂੰ ਮਿਲਦੀ ਹੈ ਅਕਾਲ ਪੁਰਖ ਦੇ ਵੱਲੋਂ ਹੀ ਸਾਨੂੰ ਤਾਕਤ ਮਿਲਦੀ ਪਈ ਹੈ। ਵੇਖੋ, ਜਿਸ ਤਰ੍ਹਾਂ ਕਿ ਸੂਰਜ ਹੈ ਨਾ, ਜਦੋਂ ਸੂਰਜ ਅਸੀਂ ਆਖਦੇ ਹਾਂ ਸੂਰਜ ਚੜ੍ਹ ਗਿਆ, ਅਸੀਂ ਆਖਦੇ ਹਾਂ ਸੂਰਜ ਛਿਪ ਗਿਆ, ਡੁੱਬ ਗਿਆ। ਨਾ ਤੇ ਸੂਰਜ ਚੜ੍ਹਦਾ ਏ ਤੇ ਨਾ ਉਹ ਡੁੱਬਦਾ ਏ। ਸੂਰਜ ਆਪਣੇ ਥਾਂ ਤੇ, ਆਪਣੀ ਜਗ੍ਹਾ ਤੇ ਰਹਿੰਦਾ ਏ। ਅਸਲ ਵਿੱਚ ਧਰਤੀ ਹੀ ਘੁੰਮਦੀ ਏ। ਜਿੱਥੇ ਆਪਾਂ ਰਹਿ ਰਹੇ ਹਾਂ, ਜਿਸ ਬ੍ਰਹਿਮੰਡ ਦੇ ਵਿੱਚ, ਇਸ ਧਰਤੀ ਦੇ ਵਿੱਚ, ਇਹ ਧਰਤੀ ਵਿਗਿਆਨੀਆਂ ਨੇ ਮੰਨਿਆ ਏ, ਮਹਾਂਪੁਰਖ ਵੀ ਮੰਨਦੇ ਹਨ, ਸੰਤ ਜਨ, ਕਿ ਧਰਤੀ ਸਾਡੀ ਗੋਲ ਹੈ ਤੇ ਇਹ ਘੁੰਮਦੀ ਰਹਿੰਦੀ ਹੈ। ਸਾਨੂੰ ਨਹੀਂ ਪਤਾ ਲੱਗਦਾ, ਪਰ ਇਹ ਧਰਤੀ ਘੁੰਮਦੀ ਹੈ। ਇਸ ਲਈ ਸੂਰਜ ਨਾ ਤੇ ਕਦੇ ਚੜ੍ਹਦਾ ਏ ਨਾ ਡੁੱਬਦਾ ਏ, ਉਹ ਆਪਣੇ ਥਾਂ ਤੇ ਟਿਕਿਆ ਪਿਆ ਏ। ਜਿਹੜਾ ਅਸੀਂ ਆਖਦੇ ਹਾਂ ਨਾ ਕਿ ਸੂਰਜ ਚੜ੍ਹ ਗਿਆ, ਡੁੱਬ ਗਿਆ, ਅਸਲ ਵਿੱਚ ਉਹ ਧਰਤੀ ਹੀ ਘੁੰਮ ਜਾਂਦੀ ਹੈ। ਜਿਸ ਕਰਕੇ ਸਾਨੂੰ ਅਨੁਭਵ ਹੁੰਦਾ ਹੈ ਕਿ ਸੂਰਜ ਚੜ੍ਹ ਗਿਆ, ਸੂਰਜ ਡੁੱਬ ਗਿਆ। ਸੂਰਜ ਦੀਆਂ ਕਿਰਨਾਂ ਅਸੀਂ ਕਹਿ ਸਕਦੇ ਹਾਂ ਕਿ ਉਹ ਪ੍ਰਕਾਸ਼ ਸਾਡੇ ਤੱਕ ਆਇਆ ਹੈ। ਪ੍ਰਕਾਸ਼ ਸਾਡੇ ਤੱਕ ਜਦੋਂ ਧਰਤੀ ਸੂਰਜ ਵਾਲੇ ਪਾਸੇ ਮੂੰਹ ਕਰਦੀ ਹੈ ਨਾ, ਉਦੋਂ ਸੂਰਜ ਦਾ ਥੋੜਾ ਥੋੜਾ ਪ੍ਰਕਾਸ਼ ਸਾਡੇ ਤੱਕ ਪਹੁੰਚਦਾ ਹੈ। ਤੇ ਜਦੋਂ ਸੂਰਜ ਦਾ ਪ੍ਰਕਾਸ਼ ਸਾਡੇ ਤੱਕ ਪਹੁੰਚਦਾ ਹੈ ਤੇ ਬਹੁਤਾ ਕੋਈ ਸਮਾਂ ਨਹੀਂ ਲੱਗਦਾ, ਬਹੁਤਾ ਟਾਈਮ ਨਹੀਂ ਲੱਗਦਾ ਕਿ 1 ਘੰਟਾ ਲੱਗਦਾ ਹੋਵੇਗਾ, 2 ਘੰਟੇ ਲੱਗਦੇ ਹੋਣਗੇ। ਜਦੋਂ ਧਰਤੀ ਸੂਰਜ ਵਾਲੇ ਪਾਸੇ ਮੂੰਹ ਕਰਦੀ ਹੈ, ਜਿਹਨੂੰ ਅਸੀਂ ਆਖਦੇ ਹਾਂ ਸੂਰਜ ਚੜ੍ਹ ਗਿਆ, ਜਦੋਂ ਸੂਰਜ ਚੜ੍ਹਦਾ ਏ, ਉਹਦੀਆਂ ਜਿਹੜੀਆਂ ਕਿਰਨਾਂ ਨਿਕਲਦੀਆਂ ਹਨ ਪ੍ਰਕਾਸ਼ ਵਾਲੀਆਂ, ਉਸੇ ਵਕਤ ਸੈਕਿੰਡਾਂ ਦੇ ਵਿੱਚ ਹੀ ਸਾਡੇ ਕੋਲ ਪਹੁੰਚ ਜਾਂਦੀਆਂ ਹਨ। ਸੈਕਿੰਡ ਵੀ ਬੜਾ ਜ਼ਿਆਦਾ ਹੈ। ਉਸੇ ਵੇਲੇ ਉਹਦੀਆਂ ਕਿਰਨਾਂ ਸਾਡੇ ਕੋਲ ਆ ਜਾਂਦੀਆਂ ਹਨ। ਇਸੇ ਤਰ੍ਹਾਂ ਜਿਹੜਾ ਪਰਮੇਸ਼ਰ ਹੈ ਨਾ, ਪਰਮੇਸ਼ਰ ਵਾਹਿਗੁਰੂ ਤੇ ਆਪ ਸੱਚਖੰਡ ਦੇ ਵਿੱਚ ਬੈਠੇ ਹਨ। ਸੱਚਖੰਡ ਵਿੱਚ ਬੈਠ ਕੇ ਉਤੋਂ ਸਾਨੂੰ ਆਪਣੀ ਸੱਤਾ ਸਫੁਰਤੀ ਦੇ ਰਹੇ ਹਨ। ਉਹਦੀਆਂ ਕਿਰਨਾਂ, ਉਹਦੀ ਸੱਤਾ ਸਫੁਰਤੀ ਸਾਡੇ ਤੱਕ ਪਹੁੰਚਦੀ ਹੈ। ਅਸੀਂ ਬੋਲਦੇ ਹਾਂ, ਅਸੀਂ ਸੋਚਦੇ ਹਾਂ, ਬੁੱਧੀ ਸਵਾਲ ਕਰਦੀ ਹੈ, ਬੁੱਧੀ ਪ੍ਰਸ਼ਨ ਕਰਦੀ ਹੈ, ਕੁਐਸਚਨ ਕਰਦੀ ਹੈ ਤੇ ਬੁੱਧੀ ਆਨਸਰ ਦਿੰਦੀ ਹੈ। ਸਾਡੀ ਜਿਹੜੀ ਬੁੱਧੀ ਹੈ, ਜਾਂ ਫਿਰ ਇਸ ਤਰ੍ਹਾਂ ਵੀ ਸਮਝੋ, ਵੇਖੋ ਜਿਹੜੀ ਲਾਈਟ ਹੈ ਨਾ, ਬਿਜਲੀ, ਇਹ ਬਣਦੀ ਹੈ ਭਾਖੜਾ ਡੈਮ ਦੇ ਵਿੱਚ।
ਭਾਖੜਾ ਡੈਮ ਦੇ ਵਿੱਚ ਉੱਥੇ ਪਾਣੀ ਇਕੱਠਾ ਹੁੰਦਾ ਏ, ਉੱਥੇ ਬਿਜਲੀ ਬਣਦੀ ਹੈ। ਭਾਖੜੇ ਡੈਮ ਦੇ ਵਿੱਚ ਬਿਜਲੀ ਤਿਆਰ ਹੁੰਦੀ ਹੈ, ਉੱਥੋਂ ਬਿਜਲੀ ਤਿਆਰ ਹੋ ਕੇ ਪਿੰਡਾਂ ਪਿੰਡਾਂ ਦੇ ਵਿੱਚ, ਸ਼ਹਿਰਾਂ ਸ਼ਹਿਰਾਂ ਵਿੱਚ ਪਹੁੰਚਦੀ ਹੈ। ਉੱਥੋਂ ਤਾਰਾਂ ਪਈਆਂ ਹਨ, ਪਿੰਡਾਂ ਦੇ ਵਿੱਚ ਟਰਾਂਸਫਾਰਮ ਲੱਗੇ ਹਨ, ਬਿਜਲੀ ਘਰ ਬਣੇ ਹਨ। ਟਰਾਂਸਫਾਰਮ ਸਾਡੇ ਪਿੰਡਾਂ ਵਿੱਚ ਲੱਗੇ, ਟਰਾਂਸਫਾਰਮਾਂ ਤੋਂ ਫਿਰ ਸਾਡੇ ਘਰਾਂ ਦੇ ਵਿੱਚ ਮੀਟਰ ਲੱਗੇ ਹਨ, ਕਨੈਕਸ਼ਨ ਆਉਂਦਾ ਏ। ਮੀਟਰਾਂ ਤੋਂ ਫਿਰ ਤਾਰਾਂ ਪਾ ਕੇ ਅਸੀਂ ਆਪਣੇ ਘਰ 'ਚ ਵਾਇਰਿੰਗ ਕੀਤੀ ਹੈ, ਤਾਰਾਂ ਖਿਲਾਰੀਆਂ ਹਨ, ਬਲਬ ਲਾਏ ਹਨ। ਅਸਲ ਵਿੱਚ ਬਲਬ ਦੇ ਵਿੱਚ ਕੋਈ ਤਾਕਤ ਨਹੀਂ, ਬਲਬ ਦੇ ਵਿੱਚ ਥੋੜ੍ਹਾ ਕੁ ਰੋਸ਼ਨੀ, ਨਾ ਤਾਰਾਂ ਦੇ ਵਿੱਚ ਕਰੰਟ ਹੈ, ਨਾ ਤਾਰਾਂ ਦੇ ਵਿੱਚ ਕਰੰਟ ਹੈ, ਨਾ ਬਲਬ ਦੇ ਵਿੱਚ ਕੋਈ ਰੋਸ਼ਨੀ ਹੈ। ਜਦੋਂ ਆਪਾਂ ਬਲਬ ਲਾ ਦਿੱਤਾ, ਜਦੋਂ ਆਪਾਂ ਛੱਡਾਂਗੇ ਨਾ ਸਵਿੱਚ, ਜਦੋਂ ਉਹਨੂੰ ਔਨ ਕਰਾਂਗੇ, ਔਨ ਕਰਨ ਦੇ ਨਾਲ ਹੀ ਬਲਬ ਦੇ ਵਿੱਚ ਲਾਈਟ ਤੇ ਪ੍ਰਕਾਸ਼ ਫੈਲ ਜਾਵੇਗਾ ਜੋ ਸਾਨੂੰ ਮਿਲਦਾ ਹੈ। ਲਾਈਟ ਕਿੱਥੋਂ ਆ ਰਹੀ ਹੈ? ਭਾਖੜਾ ਡੈਮ ਦੇ ਵਿੱਚੋਂ, ਉੱਥੋਂ ਆਉਂਦੀ ਹੈ ਲਾਈਟ ਤੇ ਸਾਡੇ ਤੱਕ ਪਹੁੰਚਦੀ ਹੈ। ਬਲਬਾਂ ਦੇ ਵਿੱਚ ਲਾਈਟ ਜਗਦੀ ਹੈ, ਉਸੇ ਵੇਲੇ ਜਦੋਂ ਸੁੱਚ ਆਪਾਂ ਔਨ ਕੀਤਾ, ਬਲਬ ਜਗ ਜਾਂਦਾ ਹੈ। ਬਲਬ ਦੇ ਵਿੱਚ ਕੋਈ ਲਾਈਟ ਨਹੀਂ, ਉਹਦੇ ਵਿੱਚ ਕੋਈ ਤਾਕਤ ਨਹੀਂ ਹੈ, ਸੱਤਾ ਸਫੁਰਤੀ ਉਹਦੇ ਵਿੱਚ ਕੋਈ ਨਹੀਂ। ਜੇ ਪਿੱਛੋਂ ਬੱਤੀ ਬੰਦ ਹੋ ਜਾਵੇ, ਲਾਈਟ ਆਫ ਹੋ ਜਾਵੇ, ਪਿੱਛੋਂ ਕਨੈਕਸ਼ਨ ਕੱਟੇ ਜਾਣ ਸਾਰੇ, ਤੇ ਕੀ ਫਿਰ ਬਲਬ ਦੇ ਵਿੱਚ ਕੋਈ ਰੋਸ਼ਨੀ ਰਹੇਗੀ? ਤਾਰਾਂ ਵਿੱਚ ਕੋਈ ਕਰੰਟ ਆਵੇਗਾ? ਕੋਈ ਨਹੀਂ ਆਵੇਗਾ। ਇਸੇ ਤਰ੍ਹਾਂ ਸਾਡੀ ਜਿਹੜੀ ਬੁੱਧੀ ਹੈ ਨਾ, ਸਾਡਾ ਜਿਹੜਾ ਮਨ ਹੈ, ਇਹ ਮਨ ਜਿਹੜਾ ਸੋਚਦਾ ਹੈ, ਮਨ ਵਿੱਚ ਜਿਹੜੇ ਖਿਆਲ ਆਉਂਦੇ ਹਨ, ਮਨ ਜਿਹੜਾ ਸਵਾਲ ਕਰਦਾ ਹੈ, ਬੁੱਧੀ, ਇਹਨੂੰ ਆਖਦੇ ਹਨ ਆਭਾਸ, ਚਿਤਾ ਆਭਾਸ ਇਹਨੂੰ ਆਖਦੇ ਹਨ। ਚਿਤਾ ਆਭਾਸ ਆਖਦੇ ਹਨ, ਚਿੱਤ ਆਖਦੇ ਹਨ ਜੋ ਚੇਤਨ ਹੈ, ਚੇਤਨ ਜੋ ਚੇਤਨ ਸ਼ਕਤੀ ਹੈ, ਓਅੰਕਾਰ। ਓਅੰਕਾਰ ਕੀ ਹੈ? ਚੇਤਨ ਸ਼ਕਤੀ। ਤੇ ਆਭਾਸ ਕੀ ਹੈ? ਆਭਾਸ ਆਖਦੇ ਹਨ, ਜਿਸ ਤਰ੍ਹਾਂ ਆਪਾਂ ਸ਼ੀਸ਼ਾ ਵੇਖਦੇ ਹਾਂ ਨਾ, ਸ਼ੀਸ਼ਾ ਜਦੋਂ ਆਪਾਂ ਵੇਖਦੇ ਹਾਂ ਤੇ ਸ਼ੀਸ਼ੇ ਦੇ ਵਿੱਚ ਇੱਕ ਸਾਡਾ ਸਰੂਪ ਨਜ਼ਰ ਆਉਂਦਾ, ਜਿਹਨੂੰ ਆਪਾਂ ਆਖਦੇ ਹਾਂ ਰਿਫਲੈਕਸ਼ਨ। ਸਾਡਾ ਪਰਛਾਵਾਂ, ਸਾਡਾ ਇੱਕ ਪਰਛਾਵਾਂ, ਸਾਡੀ ਇੱਕ ਫੋਟੋ ਸ਼ੀਸ਼ੇ ਦੇ ਵਿੱਚ ਨਜ਼ਰ ਆਉਂਦੀ ਹੈ, ਉਹਨੂੰ ਆਖਦੇ ਹਨ ਸਾਡਾ ਆਭਾਸ। ਸ਼ੀਸ਼ੇ ਦੇ ਵਿੱਚੋਂ ਨਜ਼ਰ ਆਉਂਦਾ ਹੈ ਪ੍ਰਤੀਬਿੰਬ, ਰਿਫਲੈਕਸ਼ਨ। ਸਾਡਾ ਪ੍ਰਤੀਬਿੰਬ, ਸਾਡਾ ਆਭਾਸ, ਸਾਡਾ ਪਰਛਾਵਾਂ, ਸਾਡੀ ਇੱਕ ਹੋਰ ਫੋਟੋ ਸ਼ੀਸ਼ੇ ਵਿੱਚੋਂ ਨਜ਼ਰ ਆਉਂਦੀ ਹੈ, ਸ਼ੀਸ਼ੇ ਵਿੱਚ। ਇਸੇ ਤਰ੍ਹਾਂ ਚਿਤਾ ਆਭਾਸ, ਵਾਹਿਗੁਰੂ, ਉਹਦੇ ਵਿੱਚੋਂ ਚਿਤਾ ਆਭਾਸ ਨਿਕਲਦਾ ਹੈ, ਉਹਦਾ ਆਭਾਸ ਸਾਡੇ ਤੇ ਪੈਂਦਾ ਹੈ, ਬੁੱਧੀ ਤੇ। ਬੁੱਧੀ ਤਾਂ ਸੋਚਦੀ ਹੈ ਤੇ ਤਾਂ ਸਵਾਲ ਕਰਦੀ ਹੈ, ਤਾਂ ਅਸੀਂ ਤੁਰੇ ਫਿਰਦੇ ਹਾਂ, ਜਦੋਂ ਉਹਦਾ ਆਭਾਸ ਸਾਡੇ ਤੇ ਪੈਂਦਾ ਹੈ। ਆਭਾਸ ਕੀ ਹੈ? ਚਿਤਾ ਆਭਾਸ। ਚਿਤਾ ਆਭਾਸ ਆਖਦੇ ਹਨ ਵਾਹਿਗੁਰੂ ਦਾ ਰਿਫਲੈਕਸ਼ਨ, ਵਾਹਿਗੁਰੂ ਦਾ ਪਰਛਾਵਾਂ। ਉਹਦਾ ਪਰਛਾਵਾਂ ਕੌਣ ਹੈ? ਅਸੀਂ ਹਾਂ। ਮਹਾ ਮਾਇਆ ਤਾਕੀ ਹੈ ਛਾਇਆ। ਜੀਵ ਜਿਹੜਾ ਹੈ ਇਹ ਮਾਇਆ ਦਾ ਪੁਤਲਾ ਹੈ, ਤੇ ਮਾਇਆ ਉਸ ਵਾਹਿਗੁਰੂ ਦਾ ਇੱਕ ਆਭਾਸ ਹੈ, ਉਹਦਾ ਪਰਛਾਵਾਂ ਹੈ ਮਾਇਆ। ਤੇ ਮਾਇਆ ਤੋਂ ਸਾਡਾ ਸਰੀਰ ਬਣਿਆ ਹੈ। ਮਾਇਆ ਤੋਂ 3 ਗੁਣ ਬਣੇ ਹਨ। ਮਾਇਆ ਤੋਂ ਜੀਵ ਬਣੇ, ਵੱਖੋ ਵੱਖਰੇ ਜੀਵ ਬਣੇ ਹਨ, ਵੱਖੋ ਵੱਖਰੇ ਜੀਵ। ਅਸਲ ਵਿੱਚ ਤੇ ਸਾਡੇ ਸਰੀਰ ਦੇ ਅੰਦਰ ਜਿਹੜੀ ਆਤਮਾ ਰਹਿੰਦੀ ਹੈ, ਜੋ ਵਾਹਿਗੁਰੂ ਦੀ ਅੰਸ਼ ਹੈ, ਸਾਡੀ ਆਤਮਾ, ਇਹ ਉਸ ਬ੍ਰਹਮ ਦਾ ਸਰੂਪ ਹੈ। ਇਹਦੇ ਵਿੱਚ ਕੋਈ ਬਦਲਾਅ ਨਹੀਂ ਆਉਂਦਾ, ਆਤਮਾ ਦੇ ਵਿੱਚ ਕੋਈ ਬਦਲਾਅ ਨਹੀਂ।
ਪਰ ਸਾਡਾ ਜਿਹੜਾ ਮਨ ਹੈ, ਬੁੱਧੀ ਹੈ, ਸਾਡਾ ਜਿਹੜਾ ਚੇਤਾ ਹੈ, ਇਹ ਸਾਰਿਆਂ ਦਾ ਅਲੱਗ-ਅਲੱਗ ਹੈ। ਸਾਰਿਆਂ ਦਾ ਅਲੱਗ-ਅਲੱਗ। ਆਤਮਾ ਇੱਕੋ ਹੀ ਹੈ। ਆਤਮਾ ਦੋ ਤਿੰਨ ਨਹੀਂ, ਆਤਮਾ ਦਾ ਸਰੂਪ ਇੱਕੋ ਹੀ ਹੈ ਸਾਰਿਆਂ ਦਾ। ਜੋਤ ਇੱਕੋ ਹੀ ਹੈ ਪਰਮੇਸ਼ਰ ਦੀ। ਏਕ ਜੋਤ, ਜੋਤ ਹੈ ਸਰੀਰਾ। ਜੋਤ ਇੱਕੋ ਹੈ, ਸਰੀਰ ਵੱਖੋ ਵੱਖਰੇ ਹਨ, ਪਰ ਮਾਲਕ ਦੀ ਜੋਤ, ਉਹਦਾ ਆਭਾਸ, ਵਾਹਿਗੁਰੂ ਦੀ ਜਿਹੜੀ ਜੋਤ ਹੈ ਆਤਮਾ, ਉਹ ਇੱਕੋ ਹੀ ਹੈ ਸਾਡੇ ਸਰੀਰਾਂ ਦੇ ਵਿੱਚ। ਤੇ ਸਰੀਰ ਦੇ ਵਿੱਚ ਜਿਹੜਾ ਅੰਤਸ਼ਕਰਨ ਹੈ, ਸਾਡਾ ਮਨ, ਸਾਡੀ ਬੁੱਧੀ, ਸਾਡਾ ਜਿਹੜਾ ਚੇਤਾ ਹੈ, ਇਹ ਸਾਰਿਆਂ ਦਾ ਵੱਖੋ ਵੱਖਰਾ ਹੈ, ਵੱਖੋ ਵੱਖਰਾ। ਤੇ ਸਾਡੀ ਜਿਹੜੀ ਬੁੱਧੀ ਤਰਕ ਕਰਦੀ ਹੈ ਨਾ, ਕਦੇ ਕਦੇ ਜੋ ਸਵਾਲ ਕਰਦੀ ਹੈ, ਜੋ ਸੋਚਦੀ ਹੈ, ਉਹ ਆਭਾਸ ਵੱਖੋ ਵੱਖਰਾ ਪੈਂਦਾ ਸਾਰਿਆਂ ਦੇ ਉੱਪਰ। ਜਿਸ ਤਰ੍ਹਾਂ ਸਾਡੇ ਵਿੱਚ ਤਿੰਨ ਗੁਣ ਪਾਏ ਜਾਂਦੇ ਹਨ, ਇੱਕ ਸਤੋ ਗੁਣ, ਰਜੋ ਗੁਣ, ਤਮੋ ਗੁਣ। ਜੇ ਕਿਸੇ ਦੀ ਬੁੱਧੀ ਤੇ ਰਜੋ ਗੁਣ ਦਾ ਆਭਾਸ ਪੈਂਦਾ ਹੈ, ਵੈਸੇ ਵਿਸ਼ਾ ਤੇ ਗੁਰਬਾਣੀ ਦਾ ਬੜਾ ਬਰੀਕ ਹੈ, ਪਰ ਸਾਨੂੰ ਸਮਝ ਹੌਲੀ ਹੌਲੀ ਪੈ ਜਾਵੇਗਾ ਜੇ ਅਸੀਂ ਰੋਜ਼ ਰੋਜ਼ ਨਾਮ ਨਾਲ ਜੁੜਾਂਗੇ, ਉਹਦਾ ਅਭਿਆਸ ਕਰਾਂਗੇ ਸ਼ਬਦ ਦਾ। ਆਪਣੀ ਸੁਰਤ ਨੂੰ ਜਦੋਂ ਆਪਾਂ ਸ਼ਬਦ ਨਾਲ, ਓੰਕਾਰ ਨਾਲ ਜੋੜਾਂਗੇ ਨਾ, ਫਿਰ ਸਾਨੂੰ ਗੁਰਬਾਣੀ ਦੀ ਸਮਝ ਵੀ ਪੈ ਜਾਵੇਗੀ, ਫਿਰ ਸਾਨੂੰ ਆਪਣੀ ਸਮਝ ਵੀ ਆ ਜਾਵੇਗੀ, ਫਿਰ ਸਾਨੂੰ ਇਹ ਵੀ ਪਤਾ ਲੱਗ ਜਾਵੇਗਾ ਕਿ ਚਿਤਾ ਆਭਾਸ ਕੀ ਹੈ, ਬੁੱਧੀ ਕੀ ਹੈ, ਮਨ ਕੀ ਹੈ, ਚਿੱਤ ਕੀ ਹੈ, ਅੰਤਸ਼ਕਰਨ ਕੀ ਹੈ, ਆਤਮਾ ਕੀ ਹੈ, ਜੋਤ ਕੀ ਹੈ, ਤੇ ਬ੍ਰਹਮ ਕੀ ਹੈ, ਪਾਰ ਬ੍ਰਹਮ ਕੀ ਹੈ, ਈਸ਼ਵਰ ਕੌਣ ਹੈ। ਇਹ ਸਾਰਾ ਕੁਝ ਪਤਾ ਲੱਗ ਜਾਵੇ। ਇਹਦੇ ਵਾਸਤੇ ਸਾਨੂੰ ਸਿਮਰਨ ਕਰਨਾ ਪੈਂਦਾ ਹੈ, ਆਪਣੀ ਸੁਰਤੀ ਨੂੰ ਸ਼ਬਦ ਨਾਲ ਜੋੜਨਾ ਪੈਂਦਾ ਹੈ। ਦੂਜਾ, ਸੰਤ ਜਨਾਂ ਦਾ ਸੰਗ ਕਰਨਾ ਪੈਂਦਾ ਹੈ। ਫਿਰ ਇਹ ਸਾਰਾ ਗਿਆਨ ਸਾਡੀ ਸਮਝ ਵਿੱਚ ਆਉਣਾ ਸ਼ੁਰੂ ਹੋ ਜਾਂਦਾ ਹੈ। ਸੋ ਆਪਾਂ ਇਹ ਵਿਚਾਰ ਕਰ ਰਹੇ ਹਾਂ ਕਿ ਜੀਵ ਜਿਹੜਾ ਹੈ ਨਾ, ਇਹ ਉਸ ਮਾਲਕ ਦਾ ਆਭਾਸ ਹੈ, ਆਭਾਸ ਪਰਛਾਵਾਂ। ਜੀਵ ਨੂੰ ਮਾਲਕ ਨੇ ਪੈਦਾ ਕੀਤਾ, ਇਹਦੇ ਵਿੱਚ ਆਤਮਾ ਪਾਈ ਹੈ। ਆਤਮਾ ਦੇ ਵਿੱਚ ਕੋਈ ਬਦਲਾਅ ਨਹੀਂ ਆਉਂਦਾ, ਆਤਮਾ ਇੱਕੋ ਰਹਿੰਦੀ ਹੈ। ਤੇ ਇਸ ਸਰੀਰ ਦੇ ਵਿੱਚ ਇੱਕ ਅੰਤਸ਼ਕਰਨ ਵੀ ਰਹਿੰਦਾ ਹੈ। ਸਰੀਰ ਵਿੱਚ ਇਕੱਲਾ ਇਹ ਥੋੜਾ ਕਿ ਇਕੱਲਾ ਸਰੀਰ ਹੀ ਹੈ। ਕਈ ਸਰੀਰ ਨੂੰ ਹੀ ਆਤਮਾ ਮੰਨ ਕੇ ਬੈਠੇ ਹਨ, ਨਹੀਂ, ਸਰੀਰ ਅਲੱਗ ਹੈ। ਸਰੀਰ ਦੇ ਵਿੱਚ ਆਤਮਾ ਵੀ ਰਹਿੰਦੀ ਹੈ, ਇਹਦੇ ਵਿੱਚ ਮਨ ਵੀ ਰਹਿੰਦਾ ਹੈ, ਬੁੱਧੀ ਵੀ ਰਹਿੰਦੀ ਹੈ, ਚਿੱਤ ਹੰਕਾਰ ਵੀ ਰਹਿੰਦਾ ਹੈ, ਇਹਦੇ ਵਿੱਚ ਈਸ਼ਵਰ ਵੀ ਰਹਿੰਦਾ ਹੈ, ਇਹਦੇ ਵਿੱਚ ਬ੍ਰਹਮ, ਪਾਰ ਬ੍ਰਹਮ, ਸਾਰਾ ਕੁਝ ਇਹਦੇ ਵਿੱਚ ਹੀ ਰਹਿੰਦਾ ਹੈ। ਸਾਰਾ ਕੁਝ ਆਤਮਾ ਦੇ ਵਿੱਚ ਹੀ ਹੈ, ਸਾਰਾ ਕੁਝ। ਆਤਮ ਪਸਾਰਾ ਕਰਨ ਹਾਰਾ, ਆਤਮਾ ਦੇ ਵਿੱਚ ਹੀ ਸਾਰਾ ਕੁਝ ਹੈ, ਬ੍ਰਹਮ ਦੇ ਵਿੱਚ ਹੀ ਸਾਰਾ ਕੁਝ ਹੈ। ਸੋ ਇਹ ਜਿਹੜਾ ਸਾਡਾ ਬੁੱਧੀ ਮੰਡਲ ਹੈ, ਸਾਡਾ ਜਿਹੜਾ ਮਨ ਹੈ, ਇਹ ਸਾਰਿਆਂ ਦਾ ਵੱਖੋ ਵੱਖਰਾ ਹੈ, ਸਾਰਿਆਂ ਦਾ ਵੱਖੋ ਵੱਖਰਾ। ਸੋਚ ਸਾਰਿਆਂ ਦੀ ਇੱਕੋ ਜਿਹੀ ਨਹੀਂ ਹੁੰਦੀ। ਮੇਰੀ ਸੋਚ ਅਲੱਗ ਹੈ, ਮੇਰੇ ਪਾਰਟਨਰ ਦੀ, ਇਹਦੀ ਸੋਚ ਅਲੱਗ ਹੈ, ਮੇਰੇ ਯਾਰਾਂ ਦੋਸਤਾਂ ਦੀ, ਮੇਰੇ ਮਾਤਾ ਪਿਤਾ ਦੀ, ਮੇਰੇ ਬੱਚਿਆਂ ਦੀ, ਇਹਨਾਂ ਦੀ ਸੋਚ ਅਲੱਗ ਅਲੱਗ ਹੈ। ਸਾਰਿਆਂ ਦੀ ਸੋਚ ਇੱਕੋ ਨਹੀਂ ਹੈ। ਬੁੱਧੀ ਸਾਰਿਆਂ ਦੀ ਇੱਕੋ ਜਿਹੀ ਨਹੀਂ ਹੁੰਦੀ, ਕਿਉਂਕਿ ਬੁੱਧੀ ਦੇ ਉੱਪਰ ਵੱਖੋ ਵੱਖਰਾ ਆਭਾਸ ਪਰਛਾਵਾਂ ਪੈਂਦਾ ਹੈ। ਮਾਲਕ ਨੇ, ਵਾਹਿਗੁਰੂ ਜੀ ਨੇ ਜਿਹੜੇ ਤਿੰਨ ਗੁਣ ਸਾਡੇ ਵਿੱਚ ਰੱਖੇ ਹਨ, ਰਜੋ ਗੁਣ, ਤਮੋ ਗੁਣ, ਸਤੋ ਗੁਣ, ਇਹਨਾਂ ਗੁਣਾਂ ਵਿੱਚੋਂ ਜਿਸ ਤਰ੍ਹਾਂ ਦਾ ਆਭਾਸ ਪਰਛਾਵਾਂ ਸਾਡੀ ਬੁੱਧੀ ਤੇ ਪੈਂਦਾ ਹੈ, ਜੀਵ ਉਸੇ ਤਰ੍ਹਾਂ ਦੀਆਂ ਗੱਲਾਂ ਕਰਦਾ ਹੈ ਤੇ ਉਸੇ ਤਰ੍ਹਾਂ ਦਾ ਸਵਾਲ ਕਰਦਾ ਹੈ, ਉਸੇ ਤਰ੍ਹਾਂ ਦਾ। ਜੇ ਕਿਸੇ ਦੀ ਬੁੱਧੀ ਦੇ ਉੱਪਰ ਤਮੋ ਗੁਣ ਦਾ ਆਭਾਸ ਪੈਂਦਾ ਹੈ, ਪਰਛਾਵਾਂ, ਉਹ ਸੋਚਦਾ ਹੈ ਕਿ ਮੈਂ ਮਾਸ ਮਛਲੀ ਨਾ ਖਾਵਾਂ, ਮੈਂ ਮਾਸ ਖਾਵਾਂ, ਮੀਟ ਖਾਵਾਂ, ਨਸ਼ਾ ਖਾਵਾਂ,
ਸ਼ਰਾਬ ਪੀਵਾਂ, ਕਿਉਂਕਿ ਉਹਦੀ ਬੁੱਧੀ ਦੇ ਉੱਪਰ ਤਮੋ ਗੁਣ ਦਾ ਆਭਾਸ ਪੈਂਦਾ ਹੈ। ਜੇ ਕਿਸੇ ਦੀ ਬੁੱਧੀ ਦੇ ਉੱਪਰ ਰਜੋ ਗੁਣ ਦਾ ਆਭਾਸ ਪੈਂਦਾ ਹੈ, ਉਹ ਸੋਚਦਾ ਹੈ ਮੈਂ ਸੋਹਣੇ ਕੱਪੜੇ ਪਾਵਾਂ, ਠਾਠ ਬਾਠ ਨਾਲ ਰਵਾਂ, ਮੇਰੇ ਕੋਲ ਸੋਹਣੀ ਸਵਾਰੀ ਹੋਵੇ, ਜਿਸ ਤਰ੍ਹਾਂ ਬੁਲਟ ਹੋਵੇ, ਮੋਟਰਸਾਈਕਲ ਹੋਵੇ, ਗੱਡੀ ਹੋਵੇ, ਮਹਿੰਗੇ ਤੋਂ ਮਹਿੰਗਾ ਮੋਬਾਈਲ ਫੋਨ ਮੇਰੇ ਕੋਲ ਹੋਵੇ, ਸੋਹਣੇ ਕੱਪੜੇ ਮੈਂ ਪਾਵਾਂ, ਰਾਜਿਆਂ ਵਾਂਗੂ ਰਵਾਂ, ਸ਼ਾਹੂਕਾਰ ਬਣ ਕੇ ਰਵਾਂ, ਕਿਉਂਕਿ ਉਹਦੀ ਬੁੱਧੀ ਤੇ ਰਜੋ ਗੁਣ ਦਾ ਆਭਾਸ ਪੈਂਦਾ ਹੈ। ਤੇ ਜੇ ਕਿਸੇ ਦੀ ਬੁੱਧੀ ਤੇ ਸਤੋ ਗੁਣ ਦਾ ਆਭਾਸ ਪੈਂਦਾ ਹੈ, ਉਹ ਆਖਦਾ ਮੈਂ ਉਹਦਾ ਭਜਨ ਕਰਾਂ, ਮੈਂ ਸਤਸੰਗ ਕਰਾਂ ਤੇ ਮੈਂ ਗਿਆਨ ਪ੍ਰਾਪਤ ਕਰਾਂ, ਮੈਂ ਆਤਮਿਕ ਗਿਆਨੀ ਹੋ ਜਾਵਾਂ, ਮੈਂ ਬ੍ਰਹਮ ਗਿਆਨੀ ਹੋ ਜਾਵਾਂ, ਮੈਂ ਸੰਤ ਹੋ ਜਾਵਾਂ, ਮੈਂ ਸਾਧੂ ਹੋ ਜਾਵਾਂ। ਜਿਸ ਤਰ੍ਹਾਂ ਸਾਧੂ ਰਹਿੰਦੇ ਹਨ, ਸਾਧੂ ਚੋਲੇ ਪਾਉਂਦੇ ਹਨ, ਸਾਧੂ ਪੰਜ ਕਕਾਰ ਪਾਉਂਦੇ ਹਨ, ਮੈਂ ਵੀ ਸਾਧੂਆਂ ਵਾਂਗੂ ਚੋਲਾ ਪਾਵਾਂ, ਖੜਾਵਾਂ ਪੈਰਾਂ ਵਿੱਚ ਖੜਾਵਾਂ ਪਾਵਾਂ। ਇਸ ਤਰ੍ਹਾਂ ਸਾਧੂਆਂ ਵਾਲਾ ਲਿਬਾਸ ਰੱਖਣਾ, ਕਿਉਂਕਿ ਉਹਦੀ ਬੁੱਧੀ ਦੇ ਉੱਪਰ ਸਤੋ ਗੁਣ ਦਾ ਆਭਾਸ ਪੈਂਦਾ ਹੈ, ਚਿਤਾ ਆਭਾਸ ਉਹਦੀ ਬੁੱਧੀ ਦੇ ਉੱਪਰ। ਅਜੇ ਬੁੱਧੀ ਦੇ ਵਿੱਚ ਜਿਹੜੀ ਰਿਫਲੈਕਸ਼ਨ ਹੋ ਰਹੀ ਹੈ, ਜਿਹੜਾ ਆਭਾਸ ਪੈ ਰਿਹਾ ਹੈ, ਇਹ ਤਿੰਨਾਂ ਗੁਣਾਂ ਦਾ ਪੈਂਦਾ ਹੈ। ਪਰ ਜਦੋਂ ਮਾਲਕ ਵਾਹਿਗੁਰੂ ਜੀ ਸਾਡੇ ਤੇ ਕਿਰਪਾ ਕਰ ਦਿੰਦੇ ਹਨ, ਉਦੋਂ ਬੁੱਧੀ ਕੋਈ ਸਵਾਲ ਨਹੀਂ ਕਰਦੀ। ਬੁੱਧੀ ਸਵਾਲ ਓਨੇ ਸਮੇਂ ਤੱਕ ਕਰਦੀ ਹੈ ਜਿੰਨੇ ਸਮੇਂ ਤੱਕ ਬੁੱਧੀ ਆਪਣੇ ਆਪ ਨੂੰ ਮਾਲਕ ਤੋਂ, ਵਾਹਿਗੁਰੂ ਤੋਂ ਵੱਖਰਾ ਸਮਝਦੀ ਹੈ। ਓਨੇ ਸਮੇਂ ਤੱਕ ਸਾਡੇ ਮਨ ਵਿੱਚ ਸਵਾਲ ਆਉਂਦੇ ਹਨ। ਕਈ ਇਹ ਸ਼ੰਕੇ ਨਹੀਂ ਕਰਦੇ, ਤਰਕ ਕਰਦੇ ਹਨ, ਕਈ ਗੁਰਬਾਣੀ ਤੇ ਸ਼ੰਕੇ ਕਰਦੇ ਹਨ, ਕਈ ਗੁਰਬਾਣੀ ਤੇ ਸਵਾਲ ਕਰਦੇ ਹਨ, ਕਈ ਮਰਿਆਦਾ ਤੇ ਸਵਾਲ ਕਰਦੇ ਹਨ। ਅਸਲ ਵਿੱਚ ਸਵਾਲ ਓਨੇ ਸਮੇਂ ਤੱਕ ਹੀ ਹੈ, ਕੁਐਸਚਨ ਓਨੇ ਸਮੇਂ ਤੱਕ ਹੀ ਬੁੱਧੀ ਕਰਦੀ ਹੈ ਜਿੰਨੇ ਸਮੇਂ ਤੱਕ ਬੁੱਧੀ ਨੂੰ ਉਸ ਬ੍ਰਹਮ ਦਾ ਗਿਆਨ ਨਹੀਂ ਹੋ ਜਾਂਦਾ। ਬ੍ਰਹਮ ਦਾ ਗਿਆਨ, ਜਦੋਂ ਬ੍ਰਹਮ ਦਾ ਗਿਆਨ ਹੋ ਜਾਵੇਗਾ, ਆਤਮਾ ਦਾ ਗਿਆਨ ਹੋ ਜਾਵੇਗਾ, ਫਿਰ ਬੁੱਧੀ ਕੋਈ ਸਵਾਲ ਨਹੀਂ ਕਰਦੀ, ਕੋਈ ਸਵਾਲ ਨਹੀਂ ਇਹਦੇ ਵਿੱਚ ਰਹਿ ਜਾਂਦਾ, ਕਿਉਂਕਿ ਇਹਨੂੰ ਪਤਾ ਲੱਗ ਜਾਂਦਾ ਹੈ ਕਿ ਬਲਬ ਦੇ ਵਿੱਚ ਕੋਈ ਰੋਸ਼ਨੀ ਥੋੜ੍ਹਾ ਹੈ। ਬਲਬ ਨੂੰ ਜੇ ਰੋਸ਼ਨੀ ਮਿਲਦੀ ਹੈ ਨਾ, ਜੇ ਬਲਬ ਨੂੰ ਰੋਸ਼ਨੀ ਮਿਲਦੀ ਹੈ ਤੇ ਇਹ ਲਾਈਟ ਜਿਹੜੀ ਹੈ, ਰੋਸ਼ਨੀ ਹੈ, ਇਹ ਭਾਖੜਾ ਡੈਮ ਤੋਂ ਆ ਰਹੀ ਹੈ, ਉੱਥੋਂ ਇਹ ਲਾਈਟ ਆਉਂਦੀ ਹੈ ਪਿੱਛਿਓਂ। ਇਸ ਕਰਕੇ ਉਹ ਲਾਈਟ ਆਉਂਦੀ ਹੈ ਤਾਂ ਹੀ ਸਾਡੇ ਤੱਕ, ਸਾਡੇ ਘਰਾਂ ਵਿੱਚ ਰੋਸ਼ਨੀ ਆਉਂਦੀ ਹੈ, ਲਾਈਟ ਜਗਦੀ ਹੈ, ਬਲਬ ਜਗਦੇ ਹਨ, ਆਪਾਂ ਬੜਾ ਕੁਝ ਕਰਦੇ ਹਾਂ। ਤੇ ਜੇ ਪਿੱਛੋਂ ਲਾਈਟ ਹੀ ਨਾ ਆਵੇ ਤੇ ਫਿਰ ਅਸੀਂ ਰੋਸ਼ਨੀ ਨਹੀਂ ਕਰ ਸਕਦੇ। ਸਪੀਕਰ ਵਿੱਚ ਆਪਾਂ ਕਥਾ ਵੀ ਨਹੀਂ ਕਰ ਸਕਦੇ, ਪਾਠ ਵੀ ਨਹੀਂ ਕਰ ਸਕਦੇ। ਇਸ ਲਈ ਉਹਦੇ ਹੁਕਮ ਦੇ ਵਿੱਚ ਹੀ ਸਾਰਾ ਕੁਝ ਹੈ। ਉਹਦੇ ਹੁਕਮ ਦੇ ਵਿੱਚ ਸਾਡੀ ਬੁੱਧੀ ਵਿੱਚ ਕੋਈ ਤਾਕਤ ਨਹੀਂ, ਨਾ ਮਨ ਵਿੱਚ ਕੋਈ ਤਾਕਤ ਹੈ, ਨਾ ਸਰੀਰ ਵਿੱਚ ਕੋਈ ਤਾਕਤ ਹੈ। ਇਹ ਸਾਰੀ ਤਾਕਤ ਜਿਹੜੀ ਆ ਰਹੀ ਹੈ, ਇਹ ਬ੍ਰਹਮ ਦੇ ਵਿੱਚੋਂ ਸਾਨੂੰ ਤਾਕਤ ਆ ਰਹੀ ਹੈ। ਇਹ ਬ੍ਰਹਮ ਹੀ ਸਾਰਾ ਕੁਝ ਸਾਡੇ ਕੋਲ ਕਰਵਾਉਂਦਾ ਹੈ। ਸੋ ਸੋ ਕਰਮ ਕਰਤ ਹੈ ਪ੍ਰਾਣੀ, ਜੈਸੇ ਤੁਮ ਲਿਖ ਪਾਈ। ਉਹਦੇ ਹੁਕਮ ਦੇ ਵਿੱਚ ਹੀ ਸਾਰਾ ਕੁਝ ਹੁੰਦਾ ਹੈ। ਤੇ ਜਦੋਂ ਬੰਦਾ ਗਿਆਨੀ ਹੋ ਜਾਂਦਾ ਹੈ, ਆਤਮਿਕ ਗਿਆਨੀ, ਜਦੋਂ ਆਤਮਿਕ ਗਿਆਨ ਤੱਕ, ਬ੍ਰਹਮ ਗਿਆਨ ਤੱਕ ਸੁਰਤ ਪਹੁੰਚ ਜਾਂਦੀ ਹੈ, ਫਿਰ ਜੀਵ ਆਤਮਾ ਕੋਈ ਸਵਾਲ ਨਹੀਂ ਕਰਦਾ। ਉਹਨੂੰ ਪਤਾ ਹੈ ਕਿ ਸਰੀਰ, ਮਨ, ਬੁੱਧ, ਚਿੱਤ ਇਹ ਕੁਝ ਵੀ ਨਹੀਂ ਹੈ, ਇਹ ਤੇ ਪਰਛਾਵਾਂ ਹੈ ਬਸ। ਸਿਰਫ ਇਹ ਸੰਸਾਰ ਇੱਕ ਪਰਛਾਵਾਂ ਹੀ ਹੈ। ਜਿਹੜਾ ਅਸਲੀ ਸਰੂਪ ਹੈ ਨਾ, ਉਹ ਹੈ ਬ੍ਰਹਮ, ਆਤਮਾ ਦਾ। ਤੇ ਮੈਂ ਇੱਕ ਆਤਮਿਕ ਸਰੂਪ ਹਾਂ ਤੇ ਮੈਂ ਉਸ ਬ੍ਰਹਮ ਦੀ ਅੰਸ਼ ਹਾਂ। ਮੇਰਾ ਸਰੀਰ, ਮੇਰੀ ਬੁੱਧੀ, ਮੇਰੇ ਸਵਾਲ, ਇਹ ਤੇ ਸਾਰਾ ਕੁਝ ਪਰਛਾਵਾਂ ਹੈ, ਇਹ ਤੇ ਆਭਾਸ ਹੈ, ਨਾਸ਼ਵਰ ਹੈ ਸਾਰਾ ਕੁਝ। ਇਸ ਲਈ ਫਿਰ ਉਹ ਜੀਵ ਜਿਹੜਾ ਹੈ ਕਦੇ ਸ਼ੰਕੇ ਨਹੀਂ ਕਰਦਾ, ਕਦੇ ਸਵਾਲ ਨਹੀਂ ਕਰਦਾ, ਕਿਉਂਕਿ ਅਜੇ ਅਸੀਂ ਉਸ ਬ੍ਰਹਮ ਤੋਂ, ਉਹਦੇ ਭਜਨ ਤੋਂ, ਉਹਦੇ ਨਾਮ ਤੋਂ ਦੂਰ ਹਾਂ ਬਹੁਤ ਜ਼ਿਆਦਾ। ਜਿੰਨੇ ਵੀ ਵਿਦਵਾਨ ਸ਼ੰਕੇ ਨਹੀਂ ਕਰਦੇ, ਆਪਣੇ ਪੰਥ ਵਿੱਚ ਕਿੰਨੇ ਵਿਦਵਾਨ ਹਨ,
ਕਿੰਨੇ ਕਥਾਵਾਚਕ। ਕੋਈ ਦਸਮ ਗ੍ਰੰਥ ਤੇ ਸ਼ੰਕਾ ਕਰੀ ਜਾਂਦਾ ਏ, ਕੋਈ ਇਤਿਹਾਸ ਤੇ ਸ਼ੰਕਾ ਕਰਦਾ ਹੈ, ਕੋਈ ਆਖਦੇ ਰਾਗ ਮਾਲਾ ਜਿਹੜੀ ਹੈ ਨਾ ਇਹ ਬਾਣੀ ਨਹੀਂ ਪੜ੍ਹਨੀ ਚਾਹੀਦੀ। ਕਈ ਬਾਣੀ ਤੇ ਵੀ ਸ਼ੰਕਾ ਕਰੀ ਜਾਂਦੇ ਹਨ, ਕਈ ਬਾਣੀ ਤੇ। ਇਸ ਲਈ ਧਾਰਮਿਕ ਗ੍ਰੰਥਾਂ ਤੇ ਵੀ ਸ਼ੰਕਾ ਕਰੀ ਜਾਣਾ, ਇਹ ਸਵਾਲ ਜਿਹੜੇ ਆਪਾਂ ਕਰਦੇ ਆ ਨਾ, ਇਹ ਸਵਾਲ ਉਹ ਕਰਦਾ ਜਿਹਦੇ ਕੋਲ ਅਜੇ ਬ੍ਰਹਮ ਦਾ ਗਿਆਨ ਨਹੀਂ ਹੈ, ਜਿਹਦੇ ਕੋਲ ਆਤਮਿਕ ਗਿਆਨ ਨਹੀਂ ਹੈ, ਜੋ ਸਿਰਫ ਆਪਣੇ ਆਪ ਨੂੰ ਬੁੱਧੀ ਮੰਨਦਾ ਹੈ ਕਿ ਮੈਂ ਬੁੱਧੀ ਹਾਂ, ਮੈਂ ਸਰੀਰ ਹਾਂ। ਜਿਹੜਾ ਆਪਣੇ ਆਪ ਨੂੰ ਉਸ ਬ੍ਰਹਮ ਤੋਂ ਅਲੱਗ ਸਮਝਦਾ ਹੈ, ਜਿਹੜਾ ਅਵਿਦਿਆ ਵਿੱਚ ਰਹਿੰਦਾ ਹੈ। ਅਵਿਦਿਆ ਪਤਾ ਕੀ ਹੈ? ਵਿਦਿਆ ਹੈ ਅਲੱਗ ਸਮਝਣਾ, ਅਲਗਾਓ। ਅਲਗਾਓ ਆਖਦੇ ਹਨ ਅਲੱਗ ਸਮਝਣਾ ਕਿ ਪਰਮੇਸ਼ਰ ਵੱਖਰਾ ਹੈ, ਮੈਂ ਵੱਖਰਾ ਹਾਂ। ਅਲਗਾਓ ਆਖਦੇ ਹਨ ਕਿ ਮੇਰਾ ਸਰੀਰ ਵੱਖਰਾ ਹੈ, ਮੇਰੀ ਪਤਨੀ ਦਾ ਸਰੀਰ ਵੱਖਰਾ ਹੈ, ਮੈਂ ਵੱਖਰਾ, ਮੇਰੇ ਬੱਚੇ ਵੱਖਰੇ, ਮੁਸਲਮਾਨ ਵੱਖਰਾ, ਹਿੰਦੂ ਵੱਖਰਾ, ਸਿੱਖ ਵੱਖਰਾ, ਈਸਾਈ ਵੱਖਰਾ। ਇਹ ਹੈ ਅਲਗਾਓ, ਸਾਰਿਆਂ ਨੂੰ ਅਲੱਗ ਅਲੱਗ ਸਮਝਣਾ। ਮੈਂ ਬਾਹਮਣਾ, ਉਹ ਖੱਤਰੀ ਹੈ, ਉਹ ਸ਼ੂਦਰ ਹੈ, ਉਹ ਵੈਸ਼ ਹੈ। ਇਹ ਸਾਰਿਆਂ ਨੂੰ ਅਲੱਗ ਅਲੱਗ ਸਮਝਣਾ, ਇਹ ਹੈ ਅਵਿਦਿਆ, ਅਗਿਆਨ। ਗਿਆਨ ਕੀ ਹੈ? ਵਿਦਿਆ ਕੀ ਹੈ? ਵਿਦਿਆ ਗਿਆਨ ਹੈ ਕਿ ਸਾਰਾ ਕੁਝ ਇੱਕੋ ਹੀ ਹੈ, ਸਾਰਾ ਕੁਝ ਬ੍ਰਹਮੀ ਹੈ, ਤੇ ਬ੍ਰਹਮੀ ਸਾਨੂੰ ਸੱਤਾ ਸਫੁਰਤੀ ਦਿੰਦਾ ਹੈ। ਤਾਂ ਹੀ ਅਸੀਂ ਬੋਲਦੇ ਹਾਂ, ਸੋਚਦੇ ਹਾਂ, ਗੱਲਾਂ ਕਰਦੇ ਹਾਂ, ਤਾਂ ਹੀ ਅਸੀਂ ਖਾਂਦੇ ਹਾਂ।